ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਹੁਣ ਮਸਤੂਆਣੇ ਦਾ ਸਰੋਵਰ ਤਿਆਰ ਹੋ ਗਿਆ। ਸੰਤ ਜੀ ਮਹਾਰਾਜ ਦੀ ਆਗਿਆ ਨਾਲ ਸਾਧ ਸੰਗਤ ਨੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ। ਆਸਾ ਜੀ ਦੀ ਵਾਰ ਦੇ ਭੋਗ ਦੇ ਮਗਰੋਂ ਅਰਦਾਸਾ ਸੋਧਣ ਵੇਲੇ ਇਹ ਬੇਨਤੀ ਕੀਤੀ ਗਈ ਕਿ ਹੇ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ, ਤੁਸੀਂ ਆਪਣੇ ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੁਆਰਾ ਇਸ ਤੀਰਥ ਦਾ ਨਾਮ ਬਖਸ਼ੋ। ਇਹ ਆਪ ਦੀ ਮਹਾਂ ਕਿਰਪਾ ਦੇ ਪ੍ਰੇਰਨਾ ਦੁਆਰਾ ਤਿਆਰ ਹੋਇਆ ਹੈ। ਕਿਸੇ ਜੀਵ ਦੀ ਕੀ ਤਾਕਤ ਹੈ ਇਸ ਘੋਰ ਕਲਯੁਗ ਦੇ ਸਮੇਂ ਵਿੱਚ ਮਹਾਂ ਤੀਰਥ ਪ੍ਰਗਟ ਕਰ ਸਕਣ। ਅਰਦਾਸੇ ਦੇ ਮਗਰੋਂ ਜਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਾਕ ਲਿਆ ਤਾਂ ਮਹਾਰਾਜ ਨੇ ਇਹ ਹੁਕਮ ਧੁਰੋਂ ਭੇਜਿਆ, ਗੁਰਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗਿਆ ਨਹੀਂ ਦੂਰੇ। ਹੁਕਮ ਸੰਪੂਰਨ ਹੋਣ ਦੇ ਮਗਰੋਂ ਸੰਤ ਜੀ ਮਹਾਰਾਜ ਨੇ ਆਖਿਆ ਕਿ ਭਾਈ, ਸਤਿਗੁਰੂ ਨੇ ਆਪਣੀ ਮਿਹਰ ਦੁਆਰਾ ਪੂਰਾ ਹੀ ਨਾਮ ਭੇਜ ਦਿੱਤਾ ਹੈ। ਅੱਜ ਤੋਂ ਇਸ ਤੀਰਥ ਦਾ ਨਾਮ ਹੋਏਗਾ ਗੁਰਸਾਗਰ ਸਾਹਿਬ। ਥੋੜ੍ਹੇ ਹੀ ਦਿਨਾਂ ਮਗਰੋਂ ਸੰਗਰੂਰ ਦੀ ਸੰਗਤ ਸੰਤ ਜੀ ਮਹਾਰਾਜ ਨੂੰ ਸ਼ਹਿਰ ਲੈ ਗਈ ਅਤੇ ਇੱਥੋਂ ਸ਼ਹਿਰੋਂ ਬਾਹਰ ਭਾਈ ਬਸੰਤ ਸਿੰਘ ਜੀ ਦੀ ਧਰਮਸ਼ਾਲਾ ਵਿੱਚ ਡੇਰਾ ਕਰਵਾ ਦਿੱਤਾ। ਇੱਥੇ ਸੰਤ ਜੀ 3 ਮਹੀਨੇ ਬਿਰਾਜੇ। ਇਹਨਾਂ ਦਿਨਾਂ ਵਿੱਚ ਲਾਹੌਰ ਤੋਂ ਇੱਕ ਪ੍ਰੇਮੀ ਨੇ ਗੁਰੂ ਸਾਹਿਬ ਵਾਸਤੇ ਪੱਥਰ ਭੇਜਿਆ। ਸਤਿਗੁਰ ਦੀ ਸੇਵਾ ਜਾਣ ਕੇ ਅਤੇ ਪੱਥਰ ਨੂੰ ਟੁੱਟਣ ਤੋਂ ਬਚਾਉਣ ਲਈ ਸਾਧ ਸੰਗਤ ਨੇ ਇਹਨਾਂ ਪੱਥਰਾਂ ਨੂੰ ਆਪਣੇ ਸਿਰਾਂ 'ਤੇ ਚੁੱਕ ਕੇ ਗੁਰਦੁਆਰੇ ਲੈ ਕੇ ਆਂਦਾ। ਇੱਕ ਦਿਨ ਸਾਧ ਸੰਗਤ ਨੂੰ ਇਹ ਸੇਵਾ ਕਰਦਿਆਂ ਵੇਖ ਕੇ ਸੰਤ ਜੀ ਮਹਾਰਾਜ ਬੜੇ ਹੀ ਪ੍ਰਸੰਨ ਹੋਏ ਅਤੇ ਆਪਣੇ ਨਿੱਜ ਸੇਵਕ ਗੜਵਈ ਭਾਈ ਹੀਰਾ ਸਿੰਘ ਜੀ ਨੂੰ ਫਰਮਾਇਆ ਕਿ ਇਹਨਾਂ ਸਿੰਘਾਂ ਦੀ ਸੇਵਾ ਧੰਨ ਹੈ, ਅੱਜ ਇਹਨਾਂ ਨੂੰ ਸ਼ਹਿਰੋਂ ਮਠਿਆਈ ਲਿਆ ਕੇ ਪ੍ਰਸੰਨ ਕਰੋ। ਹੁਕਮ ਮੰਨ ਭਾਈ ਹਰੀ ਸਿੰਘ ਜੀ ਨੇ ਵੱਡੀਆਂ 3 ਪਰਾਤਾਂ ਲੱਡੂਆਂ ਦੀਆਂ ਲਿਆਂਦੀਆਂ ਅਤੇ ਸਾਧ ਸੰਗਤ ਨੂੰ ਛਕਾ ਕੇ ਉਹਨਾਂ ਦੀ ਪ੍ਰਸੰਨਤਾ ਲਈ। ਸੰਤ ਜੀ ਮਹਾਰਾਜ ਸ਼ਹਿਰ ਵਿੱਚ ਦੋਵੇਂ ਵਕਤ ਦੀਵਾਨ ਸਜਾਉਂਦੇ। ਸਵੇਰੇ 4 ਤੋਂ 7 ਵਜੇ ਤੱਕ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ। ਸ਼ਾਮ ਨੂੰ 4 ਵਜੇ ਦੀਵਾਨ ਸ਼ੁਰੂ ਹੁੰਦਾ ਅਤੇ ਰਹਿ ਰਾਸ ਦੇ ਭੋਗ ਮਗਰੋਂ ਸਮਾਪਤ ਹੋ ਜਾਂਦਾ। ਅੰਮ੍ਰਿਤ ਵੇਲੇ ਦੀਵਾਨ ਤੋਂ ਉੱਠਦਿਆਂ ਹੀ ਸੰਤ ਜੀ ਮਹਾਰਾਜ ਬਾਹਰ ਦੂਰ ਨਿਕਲ ਜਾਂਦੇ। ਕੁਝ ਚਿਰ ਤੁਰਨ ਫਿਰਨ ਮਗਰੋਂ ਇੱਕ ਇਕਾਂਤ ਦਰਖਤ ਹੇਠ ਬੈਠ ਜਾਂਦੇ ਅਤੇ ਫਿਰ 9:30 ਵਜੇ ਡੇਰੇ ਆ ਜਾਂਦੇ। ਪ੍ਰਸ਼ਾਦ ਛਕ ਕੇ 10 ਵਜੇ ਆਪਣੇ ਚੁਬਾਰੇ ਦਾ ਦਰਵਾਜ਼ਾ ਬੰਦ ਕਰ ਲੈਂਦੇ ਅਤੇ 3 ਵਜੇ ਖੋਲ੍ਹਦੇ। 5 ਘੰਟੇ ਇੱਕ ਰਸ ਆਰਾਮ ਕਰਦੇ ਅਤੇ ਇਕਾਂਤ ਦਾ ਰੰਗ ਮਾਣਦੇ। ਫਿਰ 3 ਵਜੇ ਜਲ ਪਾਣੀ ਛਕ ਦੀਵਾਨ ਵਾਸਤੇ ਤਿਆਰ ਹੋ ਜਾਂਦੇ। ਸ਼ਾਮ ਦੇ ਦੀਵਾਨ ਦੇ ਮਗਰੋਂ ਭੋਗ ਮਗਰੋਂ ਪ੍ਰਸ਼ਾਦ ਛਕ ਕੇ ਮੰਜੀ 'ਤੇ ਸੱਜ ਜਾਂਦੇ ਅਤੇ ਸਾਧ ਸੰਗਤ ਨੂੰ ਦਰਸ਼ਨ ਦੇ ਕੇ ਨਿਹਾਲ ਕਰਦੇ। ਇਸ ਸਮੇਂ ਕਈ ਪ੍ਰੇਮੀ ਆ ਕੇ ਆਪਣੇ ਨਿੱਜ ਦੇ ਪ੍ਰਸ਼ਨ ਕਰਕੇ ਭਰਮ ਅੰਧੇਰੇ ਨੂੰ ਦੂਰ ਕਰਦੇ। ਹੁਣ ਤਾਂ ਦੀਵਾਨ ਮਹੱਲੇ ਲੱਗਣੇ ਸ਼ੁਰੂ ਹੋ ਗਏ। ਸੰਤ ਜੀ ਮਹਾਰਾਜ ਸਿੱਧੀਆਂ ਧਾਰਨਾ ਵਿੱਚ ਸ਼ਬਦ ਪੜ੍ਹਦੇ ਅਤੇ ਚਿੱਤ ਵਿੱਚ ਇਹ ਪ੍ਰੇਮ ਹੁੰਦਾ ਕਿ ਸਾਰੀ ਸੰਗਤ ਮਿਲ ਕੇ ਉੱਚੀ ਸੁਰ ਵਿੱਚ ਗੁਰਬਾਣੀ ਗਾਵੇ। ਇਸ ਤਰ੍ਹਾਂ ਮਾਈ ਭਾਈ ਨੂੰ ਗੁਰਬਾਣੀ ਕੰਠ ਹੋ ਗਈ ਅਤੇ ਸੰਗਰੂਰ ਵਿੱਚ ਸਤਸੰਗ ਦਾ ਮੁੱਢ ਬੱਝ ਗਿਆ। ਇਹਨਾਂ ਦਿਨਾਂ ਵਿੱਚ ਸੰਤ ਜੀ ਮਹਾਰਾਜ 2 ਵਕਤ ਜਲ ਪਾਣੀ ਅਤੇ ਪ੍ਰਸ਼ਾਦ ਵੇਲੇ ਦਹੀਂ ਹੀ ਛਕਦੇ। ਸਭ ਤੋਂ ਪਹਿਲਾਂ ਦੀਵਾਨ ਭਾਈ ਮੋਤਾ ਸਿੰਘ ਹਲਵਾਈ ਦੇ ਘਰ ਹੋਇਆ। ਭਾਵੇਂ ਉਹ ਗਰੀਬ ਸੀ, ਉਸਨੇ ਗੁਰ ਸਾਹਿਬ ਦੀ ਸੇਵਾ ਲਈ 10 ਦਮੜੇ ਭੇਟਾ ਕੀਤੇ। ਹੁਣ ਤਾਂ ਹਰ ਘਰ ਵਿੱਚ ਗੁਰੂ ਸਾਹਿਬ ਦੀ ਭੇਟਾ ਹੋਣੀ ਸ਼ੁਰੂ ਹੋ ਗਈ। ਸਾਧ ਸੰਗਤ ਨੇ ਦਿਲ ਖੋਲ੍ਹ ਕੇ ਸੇਵਾ ਕੀਤੀ। ਇਸ ਵੇਲੇ 10 ਕੁ ਸਿੰਘ ਸੰਤ ਜੀ ਮਹਾਰਾਜ ਨਾਲ ਸਨ। ਕੀਰਤਨ ਦੇ ਮੁਖੀ ਭਾਈ ਕਲਿਆਣ ਸਿੰਘ ਜੀ ਸਨ। ਸੰਗਰੂਰ ਸ਼ਹਿਰ ਵਿੱਚ ਹੀ ਸੰਤ ਅਤਰ ਸਿੰਘ ਜੀ ਅਤਲੇ ਵਾਲਿਆਂ ਨੇ ਪਹਿਲੀ ਵਾਰੀ ਸੰਤ ਜੀ ਮਹਾਰਾਜ ਦਾ ਦਰਸ਼ਨ ਕੀਤਾ ਅਤੇ ਕੁਝ ਦਿਨ ਸਤਸੰਗ ਕਰਕੇ ਬੜੇ ਨਿਹਾਲ ਹੋਏ। ਇਹਨਾਂ ਦਿਨਾਂ ਵਿੱਚ ਹੀ ਸਰਦਾਰ ਪ੍ਰੇਮ ਸਿੰਘ ਜੀ ਰਾਜੋ ਮਾਜਰੇ ਵਾਲੇ, ਜੋ ਇਸ ਵੇਲੇ ਜੀਂਦ ਦੀ ਰਿਆਸਤ ਦੇ ਵਜ਼ੀਰ ਸਨ, ਸੰਤ ਜੀ ਮਹਾਰਾਜ ਦੇ ਚਰਨ ਕਮਲਾਂ ਦੇ ਭੌਰੇ ਬਣ ਗਏ। ਰੋਜ਼ ਦੋਵੇਂ ਵੇਲੇ ਦੀਵਾਨ ਵਿੱਚ ਦਰਸ਼ਨ ਲਈ ਆਉਂਦੇ ਅਤੇ ਇਕਾਂਤ ਵਿੱਚ ਵੀ ਕਈ ਵਾਰੀ ਵਿਚਾਰ ਕਰਦੇ। ਸੰਤ ਜੀ ਮਹਾਰਾਜ ਦੀ ਛੋਹ ਨਾਲ ਇਹਨਾਂ ਦੇ ਹਿਰਦੇ ਵਿੱਚ ਸਤਸੰਗ ਦਾ ਬੜਾ ਉਤਸ਼ਾਹ ਪੈਦਾ ਹੋਇਆ। ਥੋੜ੍ਹੇ ਦਿਨਾਂ ਵਿੱਚ ਸ੍ਰੀ ਗੁਰੂ ਸਿੰਘ ਸਭਾ ਦੀ ਨੀਂਹ ਰੱਖੀ ਗਈ। ਇਹਨਾਂ ਦਿਨਾਂ ਵਿੱਚ ਹੀ ਰਾਜੇ ਦੀ ਗੱਦੀ ਨਸ਼ੀਨੀ ਦਾ ਜਲੂਸ ਨਿਕਲਿਆ। ਮਹਾਰਾਜੇ ਵੱਲੋਂ ਬੜੇ ਪ੍ਰੇਮ ਨਾਲ ਸੰਤ ਜੀ ਨੂੰ ਇਸ ਜਲੂਸ ਵਿੱਚ ਦਰਸ਼ਨ ਦੇਣ ਦੀ ਬੇਨਤੀ ਕੀਤੀ ਗਈ ਅਤੇ ਇੱਕ ਹਾਥੀ ਸਵਾਰੀ ਵਾਸਤੇ ਭੇਜਿਆ ਗਿਆ। ਕਿਸੇ ਅਹਿਲਕਾਰ ਦੇ ਮਨ ਵਿੱਚ ਫੁਰਿਆ ਕਿ ਸੰਤ ਜੀ ਮਹਾਰਾਜ ਦੀ ਪ੍ਰੀਖਿਆ ਕੀਤੀ ਜਾਵੇ। ਉਸਨੇ ਸਵਾਰੀ ਵਾਸਤੇ ਮਸਤ ਹਾਥੀ ਭੇਜਿਆ। ਜਦੋਂ ਸੰਤ ਜੀ ਮਹਾਰਾਜ ਉਸ ਦੀ ਪਿੱਠ 'ਤੇ ਸਵਾਰ ਹੋ ਗਏ, ਉਹ ਅਡੋਲ ਲੇਲੇ ਵਾਂਗੂ ਸਾਰਾ ਦਿਨ ਜਲੂਸ ਵਿੱਚ ਰਿਹਾ। ਜਲੂਸ ਦੇ ਮਗਰੋਂ ਸਾਰੇ ਪਹਿਲਵਾਨ ਜੋ ਕੁਸ਼ਤੀ ਲੜਨ ਆਏ ਸਨ, ਸੰਤ ਜੀ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਹੋਏ। ਸੰਤ ਜੀ ਬੜੇ ਪ੍ਰਸੰਨ ਹੋਏ ਤੇ ਉਹਨਾਂ ਨੂੰ ਨਾਮ ਜਪਣ ਦਾ ਉਪਦੇਸ਼ ਦਿੱਤਾ।
ਮਾਘੀ ਦੇ ਜੋੜ ਮੇਲੇ 'ਤੇ ਜਿੱਥੋਂ ਜਮਾਂਦਾਰ ਜਸਵੰਤ ਸਿੰਘ ਜੀ ਮਹਾਰਾਜ ਨੂੰ ਸੁਨਾਮ ਲੈ ਆਇਆ ਅਤੇ ਅੱਗੇ ਲਹਿਰੇ ਦੇ ਸਟੇਸ਼ਨ 'ਤੇ ਉਤਾਰ ਕੇ ਆਪਣੇ ਘਰ ਆਨੰਦ ਕਾਰਜ ਲਈ ਲੈ ਗਿਆ। ਇਸ ਆਨੰਦ ਕਾਰਜ ਦੇ ਮਗਰੋਂ ਸੰਤ ਜੀ ਮਹਾਰਾਜ ਭਾਈ ਨਰੈਣ ਸਿੰਘ ਦੇ ਪੁੱਤਰ ਦੇ ਆਨੰਦ ਕਾਰਜ 'ਤੇ ਪਿੰਡ ਰਾਮਗੜ੍ਹ ਵਿਖੇ ਜੰਝ ਤੋਂ ਪਹਿਲੇ ਹੀ ਪਹੁੰਚ ਗਏ। ਇੱਥੋਂ ਸਰਦਾਰ ਹਰੀ ਸਿੰਘ ਚਾਂਗਲੀਵਾਲਾ ਆਪਣੇ ਨਗਰ ਲੈ ਗਿਆ ਅਤੇ ਬੜੇ ਪ੍ਰੇਮ ਅਤੇ ਉਤਸ਼ਾਹ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਕਰਵਾਇਆ। ਅਖੰਡ ਪਾਠ ਦੇ ਭੋਗ ਮਗਰੋਂ ਸੰਤ ਜੀ ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਗੁਰਦੁਆਰੇ ਯਾਤਰਾ ਲਈ ਗਏ ਅਤੇ 3 ਦਿਨ ਵੈਰਾਗ ਦੇ ਸਮੁੰਦਰ ਦੀਨ ਦੁਨੀਆ ਦੇ ਰਕਸ਼ਕ ਸੱਚੇ ਪਾਤਸ਼ਾਹ ਤੇਗ ਬਹਾਦਰ ਹਿੰਦ ਦੀ ਚਾਦਰ ਦੀ ਚੌਂਕੀ ਭਰੀ। ਹੁਣ ਸੰਤ ਜੀ ਮਹਾਰਾਜ ਨੇ ਇੱਕ ਅਚਰਜ ਕੌਤਕ ਵਰਤਾਇਆ। ਜਦ ਚੌਥੀ ਰਾਤ ਦੇ 12 ਕੁ ਵਜੇ ਚੁਪੀਤੇ ਹੀ 5 ਸਿੰਘ ਭਾਈ ਕਲਿਆਣ ਸਿੰਘ, ਭਾਈ ਹਰੀ ਸਿੰਘ, ਭਾਈ ਮੋਹਨ ਸਿੰਘ ਅਤੇ ਭਾਈ ਲਾਲ ਸਿੰਘ ਨੂੰ ਨਾਲ ਲੈ ਕੇ ਅੰਬਾਲੇ ਵੱਲ ਟੁਰ ਪਏ। ਬਾਕੀ ਜਥਾ ਸੁੱਤਾ ਹੀ ਪਿਆ ਰਿਹਾ। ਇਸ ਸ਼ਹਿਰ ਸਿੱਖ ਵਿੱਦਿਅਕ ਕਾਨਫਰੰਸ ਦਾ ਸਾਲਾਨਾ ਸਮਾਗਮ ਹੋਣਾ ਸੀ। ਅੰਬਾਲੇ ਦੀ ਸੰਗਤ ਬੜੀ ਢੂੰਡ ਭਾਲ ਵਿੱਚ ਸੀ ਕਿ ਕਿਤੇ ਸੰਤ ਮਿਲਣ ਤਾਂ ਉਹਨਾਂ ਨੂੰ ਇਸ ਸਮਾਗਮ ਵਿੱਚ ਲਿਆ ਕੇ ਨਾਮ ਬਾਣੀ ਅਤੇ ਮਨਮੋਹਣੇ ਦਰਸ਼ਨ ਦਾ ਲਾਭ ਲਈਏ। ਕਈ ਜਗ੍ਹਾ ਖੋਜ ਕੀਤੀ ਪਰ ਪਤਾ ਨਾ ਲੱਗਾ। ਆਖਰ ਜਦ ਨਿਰਾਸ਼ ਹੋ ਗਏ ਤਾਂ ਕੀ ਦੇਖਦੇ ਹਨ ਕਿ ਕਾਨਫਰੰਸ ਤੋਂ 2 ਦਿਨ ਪਹਿਲਾਂ ਸਿਰ 'ਤੇ ਭੂਰੀ ਲਈ ਸੰਤ 5 ਸਿੰਘਾਂ ਸਮੇਤ ਅੰਬਾਲੇ ਵੱਲ ਤੁਰੇ ਆਉਂਦੇ ਹਨ। ਸਾਧ ਸੰਗਤ ਦੇ ਕੁਝ ਸਰੀਰਾਂ ਨੇ ਸੰਤ ਜੀ ਮਹਾਰਾਜ ਨੂੰ ਪਛਾਣ ਲਿਆ ਅਤੇ ਵੈਰਾਗ ਵਿੱਚ ਚਰਨਾਂ 'ਤੇ ਢਹਿ ਪਏ। ਫੇਰ ਹੱਥ ਜੋੜ ਕੇ ਆਖਿਆ, ਸੱਚੇ ਪਾਤਸ਼ਾਹ, ਅਸੀਂ ਤਾਂ ਭਾਲਦੇ ਭਾਲਦੇ ਥੱਕ ਗਏ, ਕਿਧਰੇ ਹਜ਼ੂਰ ਦਾ ਪਤਾ ਨਾ ਲੱਗਾ, ਪਰ ਤੁਸੀਂ ਧੰਨ ਹੋ। ਸਾਡੇ ਗਰੀਬਾਂ ਦੀ ਪ੍ਰੇਮ ਦੀ ਤਾਰ ਆਪਣੇ ਆਪ ਹੀ ਬੁੱਝ ਲਈ ਅਤੇ ਅਸ਼ੋਭ ਹੀ ਦਰਸ਼ਨ ਦੇ ਕੇ ਨਿਹਾਲ ਕੀਤਾ। ਸੰਤ ਜੀ ਮਹਾਰਾਜ ਦੇ ਪਹੁੰਚਣ ਦੀ ਖਬਰ ਸਾਰੇ ਅੰਬਾਲੇ ਸ਼ਹਿਰ ਵਿੱਚ ਬਿਜਲੀ ਵਾਂਗ ਫੈਲ ਗਈ। ਸੰਗਤਾਂ ਦਰਸ਼ਨ ਲਈ ਟੁੱਟ ਪਈਆਂ। ਇਹਨਾਂ ਨੂੰ ਨਿਹਾਲ ਕਰ ਪ੍ਰਸ਼ਾਦਾ ਛਕ ਆਪਣੇ ਆਸਣ 'ਤੇ ਚਲੇ ਗਏ। ਨਿਤਨੇਮ ਅਨੁਸਾਰ 4 ਵਜੇ ਦੀਵਾਨ ਦੀ ਤਿਆਰੀ ਕੀਤੀ। ਸਵੇਰੇ ਸ਼ਾਮ ਬੜੇ ਭਾਰੀ ਦੀਵਾਨ ਸਜਦੇ ਰਹੇ। ਹੁਣ ਕਾਨਫਰੰਸ ਦਾ ਸਮਾਗਮ ਦਾ ਸਮਾਂ ਆ ਗਿਆ ਅਤੇ ਸੰਤ ਜੀ ਦੇ ਦੀਵਾਨ ਕਾਨਫਰੰਸ ਦੇ ਦੀਵਾਨ ਅਸਥਾਨ ਵਿੱਚ ਲੱਗਣੇ ਸ਼ੁਰੂ ਹੋ ਗਏ। ਅੱਧੀ ਆਸਾ ਜੀ ਦੀ ਵਾਰ ਭਾਈ ਭਾਗ ਸਿੰਘ, ਭਾਈ ਹੀਰਾ ਸਿੰਘ ਜੀ ਲਾਉਂਦੇ ਅਤੇ ਅੱਧੀ ਸੰਤ ਜੀ ਮਹਾਰਾਜ। ਮਾਈ ਭਾਈ ਕੋਲੋਂ 3 ਥਾਂ 'ਤੇ ਪੜ੍ਹਾਉਂਦੇ। ਸ਼ਬਦ ਦਾ ਸਮੁੰਦਰ ਠਾਠਾ ਮਾਰਦਾ ਅਤੇ ਸ਼ਬਦ ਬਾਣੀ ਦੀ ਗੂੰਜ ਮਹਾਂ ਆਕਾਸ਼ ਵਿੱਚ ਸਦਾ ਜਗਿਆਸੂਆਂ ਦੇ ਭਲੇ ਲਈ ਇਕੱਠੀ ਹੋ ਕੇ ਜਾ ਬਿਰਾਜਦੀ। ਇਸ ਸਮੇਂ ਦੀ ਇੱਕ ਅਦੁੱਤੀ ਸਾਖੀ ਗਿਆਨੀ ਝੰਡਾ ਸਿੰਘ ਜੀ ਵਕੀਲ ਦੀ ਭੈਣ ਜੀ ਨੇ ਸੁਣਾਈ। ਸਰਦਾਰ ਝੰਡਾ ਸਿੰਘ ਜੀ BA LLB ਵਕੀਲ, ਜਿਹੜੇ ਕਿ ਰੱਬ ਦੀ ਹਸਤੀ ਤੋਂ ਉੱਕੇ ਹੀ ਮੁਨਕਰ ਸਨ, ਬੜੇ ਸਖਤ ਬਿਮਾਰ ਪਏ ਸਨ। ਬਚਨ ਦੀ ਆਸ ਨਹੀਂ ਸੀ। ਸੁਭਾਗ ਮਾਈ ਦੇ ਚਿੱਤ ਇਹ ਤੀਬਰ ਫੁਰਨਾ ਪੈਦਾ ਹੋਇਆ ਕਿ ਸੰਤ ਜੀ ਮਹਾਰਾਜ ਦੇ ਹਸਤ ਕਮਲਾਂ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬੇ ਤੋਂ ਇੱਕ ਫੁੱਲ ਪ੍ਰਾਪਤ ਕਰੇ ਤੇ ਉਹ ਸਰਦਾਰ ਝੰਡਾ ਸਿੰਘ ਜੀ ਨੂੰ ਸੁੰਘਾਏ। ਮਾਈ ਦੇ ਚਿੱਤ ਵਿੱਚ ਪੱਕਾ ਵਿਸ਼ਵਾਸ ਸੀ ਕਿ ਇਸ ਫੁੱਲ ਦੀ ਬਰਕਤ ਨਾਲ ਝੰਡਾ ਸਿੰਘ ਜੀ ਦਾ ਰੋਗ ਕੱਟਿਆ ਜਾਏਗਾ। ਕਾਨਫਰੰਸ ਦੇ ਸਮਾਗਮ ਦੇ ਪਹਿਲੇ ਦਿਨ ਹੀ ਇਹ ਮਾਈ ਦੀਵਾਨ ਵਿੱਚ ਗਈ ਅਤੇ ਸੰਗਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਥਾਨ ਦੇ ਸੱਜੇ ਪਾਸੇ ਖਲੋ ਗਈ। ਸੰਤ ਜੀ ਮਹਾਰਾਜ ਨੇਤਰ ਮੂੰਦ ਕੀਰਤਨ ਵਿੱਚ ਜੁੜੇ ਹੋਏ ਸਨ। ਜਦ ਮਾਈ ਨੂੰ ਖਲੋਤਿਆਂ ਕੁਝ ਚਿਰ ਹੋ ਗਿਆ ਤਾਂ ਸੰਤ ਜੀ ਮਹਾਰਾਜ ਨੇ ਪੌੜੀ ਦੇ ਪਾਠ ਵੇਲੇ ਨੇਤਰ ਖੋਲ੍ਹੇ ਅਤੇ ਪੁੱਛਿਆ, ਮਾਈ ਕਿਸ ਤਰ੍ਹਾਂ ਖੜੀ ਹੈ? ਪ੍ਰੇਮਨ ਨੇ ਹੱਥ ਜੋੜ ਕੇ ਅਰਜ਼ ਕੀਤੀ, ਸੱਚੇ ਪਾਤਸ਼ਾਹ, ਇੱਕ ਫੁੱਲ ਬਖਸ਼ੋ। ਉਸੇ ਵੇਲੇ ਸੰਤ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੋਂ ਇੱਕ ਫੁੱਲਾਂ ਦਾ ਹਾਰ ਲਾ ਕੇ ਮਾਈ ਨੂੰ ਦੇ ਦਿੱਤਾ। ਮਾਈ ਚਾਈਂ ਸਰਦਾਰ ਝੰਡਾ ਸਿੰਘ ਜੀ ਵਕੀਲ ਦੇ ਮਕਾਨ 'ਤੇ ਆਈ ਅਤੇ ਫੁੱਲਾਂ ਦਾ ਹਾਰ ਗਿਆਨੀ ਜੀ ਦੇ ਗਲੇ ਵਿੱਚ ਪਾ ਦਿੱਤਾ। ਬਸ ਹਾਰ ਕੀ ਸੀ, ਕਰਤਾਰੀ ਬਿਜਲੀ ਦੀ ਬੈਟਰੀ ਸੀ। ਸਰਦਾਰ ਸਾਹਿਬ ਉਸੇ ਵੇਲੇ ਵਾਹਿਗੁਰੂ 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 ਬੋਲ ਉੱਠੇ ਅਤੇ ਇਹਨਾਂ ਦੇ ਰੋਮ ਰੋਮ ਵਿੱਚ ਰੱਬ ਦੇ ਪਿਆਰ ਦਾ ਖੇੜਾ ਵਸ ਗਿਆ। ਸਰੀਰ ਅਤੇ ਮਨ ਦੇ ਰੋਗਾਂ ਦੀ ਜੜ ਕੱਟੀ ਗਈ। ਸਰਬ ਰੋਗ ਕਾ ਔਖਦ ਨਾਮ। ਤਕੜੇ ਹੋ ਕੇ ਅੰਮ੍ਰਿਤ ਛਕਿਆ, ਖਾਲਸਾ ਜੀ ਦੀ ਸੇਵਾ ਵਿੱਚ ਜੁਟ ਗਏ। ਬਾਕੀ ਦਾ ਜੀਵਨ ਪੰਥ ਦੀ ਸੇਵਾ ਵਿੱਚ ਬਿਤਾਇਆ ਅਤੇ ਖਾਲਸਾ ਹਾਈ ਸਕੂਲ ਅਤੇ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਰਹੇ। ਆਸਾ ਜੀ ਦੀ ਵਾਰ ਦੇ ਦੀਵਾਨ ਦੇ ਮਗਰੋਂ ਸਾਧ ਸੰਗਤ ਆਪਣੇ ਆਪਣੇ ਡੇਰਿਆਂ 'ਤੇ ਚਲੀ ਗਈ ਅਤੇ ਫਿਰ ਪ੍ਰਸ਼ਾਦਾ ਛਕ ਕਾਨਫਰੰਸ ਦੇ ਪੰਡਾਲ ਵੱਲ ਤੁਰ ਪਈ। ਸਾਰੇ ਆਪਣੀਆਂ ਆਪਣੀਆਂ ਸੀਟਾਂ 'ਤੇ ਬੈਠ ਗਏ। ਐਨ 10 ਵਜੇ ਪੰਡਾਲ ਭਰ ਗਿਆ। ਕਾਨਫਰੰਸ ਦੀ ਰਿਸੈਪਸ਼ਨ 'ਤੇ ਐਜੂਕੇਸ਼ਨ ਕਮੇਟੀ ਦੇ ਸੱਜਣ ਪ੍ਰਧਾਨ ਜੀ ਨੂੰ ਨਾਲ ਲੈ ਕੇ ਕਾਨਫਰੰਸ ਵਿੱਚ ਆਏ ਅਤੇ ਸਾਰੇ ਸਵਾਗਤ ਲਈ ਉੱਠੇ।
10 ਮਿੰਟਾਂ ਮਗਰੋਂ ਸੰਤ ਜੀ ਮਹਾਰਾਜ ਜਥੇ ਸਮੇਤ ਪੰਡਾਲ ਵਿੱਚ ਆ ਗਏ। ਸਾਰਾ ਪੰਡਾਲ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ ਅਤੇ ਜਦ ਤੀਕਰ ਸੰਤ ਜੀ ਮਹਾਰਾਜ ਆਪਣੀ ਕੁਰਸੀ 'ਤੇ ਸੱਜ ਨਹੀਂ ਗਏ, ਸਾਰੇ ਮਾਈ ਭਾਈ ਖਲੋਤੇ ਰਹੇ। ਹੁਣ ਕਾਨਫਰੰਸ ਦੀ ਕਾਰਵਾਈ ਸ਼ੁਰੂ ਹੋ ਗਈ। ਪਹਿਲਾਂ ਫਿਰੋਜ਼ਪੁਰ ਕੰਨਿਆ ਮਹਾਵਿਦਿਆਲੇ ਦੀਆਂ ਬੀਬੀਆਂ ਨੇ ਇੱਕ ਸ਼ਬਦ ਪੜ੍ਹਿਆ ਤੇ ਫਿਰ ਦੋਹਾਂ ਪ੍ਰਧਾਨਾਂ ਨੇ ਆਪਣੇ ਆਪਣੇ ਐਡਰੈਸ ਪੜ੍ਹ ਕੇ ਸੁਣਾਏ। ਇਸ ਦੇ ਮਗਰੋਂ ਸੰਤ ਜੀ ਦੀ ਸੇਵਾ ਵਿੱਚ ਇੱਕ ਸ਼ਬਦ ਪੜ੍ਹਨ ਦੀ ਬੇਨਤੀ ਕੀਤੀ ਗਈ। ਬੜੀ ਉੱਚੀ ਸੁਰ ਵਿੱਚ ਮਹਾਰਾਜ ਜੀ ਨੇ ਮਾਈ ਭਾਈ ਨੂੰ 3 ਥਾਂ ਸ਼ਬਦ ਪੜ੍ਹਾਇਆ। ਪੰਡਾਲ ਇੱਕ ਰੱਬੀ ਰੋਹ ਨਾਲ ਭਰ ਗਿਆ ਅਤੇ ਸਾਰਿਆਂ ਦੇ ਹਿਰਦੇ ਵਿੱਚ ਕਰਤਾਰ ਵਸ ਗਿਆ। ਕਾਨਫਰੰਸ ਦੀ ਕਾਰਵਾਈ ਦੇ ਮਗਰੋਂ ਸ਼ਾਮ ਦੇ ਦੀਵਾਨ ਲੱਗਣ ਤੇ ਦੂਜੇ ਦਿਨ ਆਸਾ ਜੀ ਦੀ ਵਾਰ ਦੇ ਮਗਰੋਂ ਕਾਨਫਰੰਸ ਸ਼ੁਰੂ ਹੋਈ। ਗੁਰਮਤੇ ਪਾਸ ਕਰ ਵਿਦਿਅਕ ਫੰਡ ਦੀ ਅਪੀਲ ਹੋਈ। ਸ਼ਾਮ ਦੇ ਦੀਵਾਨ ਮਗਰੋਂ ਸੰਗਤਾਂ ਘਰੋਂ ਘਰੀ ਟੁਰ ਪਈਆਂ, ਪਰ ਅੰਬਾਲੇ ਦੀ ਸੰਗਤ ਦੇ ਪ੍ਰੇਮ ਕਰਕੇ ਸੰਤ ਜੀ ਨੂੰ ਅਟਕਣਾ ਪਿਆ। ਸ਼ਬਦ ਦਾ ਅਟੁੱਟ ਪ੍ਰਵਾਹ ਚੱਲਿਆ ਤੇ ਬਹੁਤ ਸਾਰੇ ਮਾਈ ਭਾਈ ਨੇ ਅੰਮ੍ਰਿਤ ਛਕਿਆ। ਇੱਥੋਂ ਸੰਤ ਜੀ ਨੇ ਮੈਨ ਦੁਆਬੇ ਵਿੱਚ ਦੌਰਾ ਕੀਤਾ ਤੇ ਕਈ ਨਗਰਾਂ ਨੂੰ ਨਿਹਾਲ ਕਰਕੇ ਮੋਟੇ ਮਾਜਰੇ ਪਹੁੰਚੇ। ਇੱਕ ਦਿਨ ਭਾਈ ਲਾਲ ਸਿੰਘ ਜੀ ਨੇ ਪ੍ਰਸ਼ਨ ਕੀਤਾ, ਸੱਚੇ ਪਾਤਸ਼ਾਹ, ਸੁਣਿਆ ਹੈ ਕਿ ਜੰਤਰ ਮੰਤਰ ਤੰਤਰ ਵਿੱਚ ਬੜੀ ਤਾਕਤ ਹੁੰਦੀ ਹੈ। ਇਹ ਗੱਲ ਸੁਣ ਕੇ ਸੰਤ ਜੀ ਮਹਾਰਾਜ ਮੁਸਕਰਾਏ ਤੇ ਫਰਮਾਇਆ, ਗੁਰਬਾਣੀ ਦੇ ਅੱਗੇ ਸਭ ਜੰਤਰ ਮੰਤਰ ਤੰਤਰ ਰਿੱਧੀਆਂ ਤੇ ਸਿੱਧੀਆਂ ਮਾਤ ਪੈ ਜਾਂਦੀਆਂ ਹਨ। ਇਸ ਲਈ ਸਿੱਖ ਦਾ ਧਰਮ ਹੈ ਕਿ ਹਰ ਵੇਲੇ ਗੁਰਬਾਣੀ ਦੇ ਰੰਗ ਵਿੱਚ ਮੱਤਾ ਰਹੇ, ਫਿਰ ਕਰਤਾਰ ਸਦਾ ਰਾਖਾ ਹੋ ਜਾਂਦਾ ਹੈ। ਕੋਈ ਜੰਤਰ ਮੰਤਰ ਤੰਤਰ ਦੁਸ਼ਮਣ ਦੂਤ ਇਸ ਨੂੰ ਪੋਹ ਨਹੀਂ ਸਕਦਾ। ਮੋਟੇ ਮਾਜਰੇ ਸੰਤ ਜੀਵਾ ਸਿੰਘ ਜੀ, ਜੋ ਅੱਜ ਕੱਲ੍ਹ ਨਨਕਾਣੇ ਸਾਹਿਬ ਸ਼ਹਿਰ ਤੋਂ ਬਾਹਰ ਮਾਲਜੀ ਸਾਹਿਬ ਦੀ ਜ਼ਮੀਨ ਵਿੱਚ ਇੱਕ ਇਕਾਂਤ ਕੁਟੀਆ ਵਿੱਚ ਰਹਿੰਦੇ ਹਨ, ਨੇ ਸੰਤ ਜੀ ਮਹਾਰਾਜ ਦਾ ਦਰਸ਼ਨ ਕੀਤਾ ਅਤੇ ਨਿਹਾਲ ਹੋਇਆ। ਧੰਨਵਾਦ। ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਅਗਲੀਆਂ ਆਉਣ ਵਾਲੀਆਂ ਅਪਡੇਟਸ ਦਾ ਪਤਾ ਲੱਗਦਾ ਰਹੇ।